ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਹੋਇਆ ਮੈਂ ਅੱਜ ਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਤੇ ਕੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ ਮੈਨੂੰ। ਸਰਟੀਫਿਕੇਟ ਦਿੱਤੇ ਜਾ ਰਹੇ ਨੇ ਤੇ ਇੱਧਰੋਂ ਉੱਧਰੋਂ ਬਈ ਤੂੰ ਐਂ ਕਰਤਾ, ਗਦਾਰੀ ਕਰਤੀ, ਫਲਾਨਾ ਕਰਤਾ, ਧਮਕਾ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ, ਅਤੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਉਹਨਾਂ ਦੇ ਕੁਐਸਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲੂँਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ, ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਝ ਵੀ ਹੈ ਨਾ, ਕੁਛ ਨਾ ਕੁਛ ਚੰਗਾ ਕਰਾਂਗੇ ਹੈ ਨਾ। ਬਾਈ ਕਾਂਗਰਸੀ ਕਿਉਂ, ਸਾਰੇ ਜਵਾਬ ਦਿੰਦਾ ਵੀਰੇ, ਮੈਂ ਸਾਰੇ ਜਵਾਬ ਦਿੰਦਾ, ਇੱਕੋ ਇੱਕ ਗੱਲ ਦਾ ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਇਕੱਲੇ ਬੰਦੇ ਨੂੰ, ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ, ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣੀਆਂ, ਕੀ ਕੁਛ ਬੋਲਿਆ ਜਾਊਗਾ ਹੈ ਨਾ, ਅਤੇ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ। ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ। ਅਤੇ ਮੈਨੂੰ 4 ਸਾਲ ਹੋ ਗਏ ਵੀਰੇ ਗਾਉਂਦੇ ਨੂੰ, ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ ਹੈ ਨਾ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮਿਲ ਰਹੇ ਨੇ ਤੋਂ ਗਦਾਰ ਹੈ ਬਾਈ, ਫਲਾਨਾ ਹੈਗਾ। ਕਿਹੜੀ ਗੱਲ ਤੋਂ ਗਦਾਰ ਹਾਂ ਬਾਈ? ਤੂੰ ਕਾਂਗਰਸ ਜੁਆਇਨ ਕਰ ਲਈ ਬਾਈ। ਕਾਂਗਰਸ ਤਾਂ 1984 ਉਹਨਾਂ ਦੀ ਕਤਲਾਂ ਦੀ ਜ਼ਿੰਮੇਵਾਰ ਹੈ, ਸਿੱਖ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ? ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕੀ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ, ਅਤੇ ਅੱਗੇ ਵੀ ਕਹੂੰਗਾ। ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ, ਠੀਕ ਹੈ। ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ, ਠੀਕ ਹੈ ਨਾ। ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ, ਠੀਕ ਹੈ। ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ, ਠੀਕ ਹੈ। ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ। ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ, ਕਿ ਉਹਨਾਂ ਨੇ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ? ਅਤੇ ਦੂਜੀ ਗੱਲ, ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ, ਫਲਾਨਾ ਹੋ ਗਿਆ, ਤੂੰ ਭੁੱਲ ਗਿਆ, ਤੂੰ ਗਦਾਰੀ ਕੀਤੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਵ ਹੋਇਆ ਮੈਂ ਅੱਜ ਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਅਤੇ ਕੱਲ੍ਹ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ ਮੈਨੂੰ। ਸਰਟੀਫਿਕੇਟ ਦਿੱਤੇ ਜਾ ਰਹੇ ਨੇ ਅਤੇ ਇੱਧਰੋਂ ਉੱਧਰੋਂ ਬਈ ਤੂੰ ਐਂ ਕਰਤਾ, ਗਦਾਰੀ ਕਰਤੀ, ਫਲਾਨਾ ਕਰਤਾ, ਧਮਕਾ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ, ਅਤੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਉਹਨਾਂ ਦੇ ਕੁਐਸਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲੂँਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ, ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਝ ਵੀ ਹੈ ਨਾ, ਕੁਛ ਨਾ ਕੁਛ ਚੰਗਾ ਕਰਾਂਗੇ ਹੈ ਨਾ। ਬਾਈ ਕਾਂਗਰਸੀ ਕਿਉਂ, ਸਾਰੇ ਜਵਾਬ ਦਿੰਦਾ ਵੀਰੇ, ਮੈਂ ਸਾਰੇ ਜਵਾਬ ਦਿੰਦਾ, ਇੱਕੋ ਇੱਕ ਗੱਲ ਦਾ ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਇਕੱਲੇ ਬੰਦੇ ਨੂੰ, ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ, ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ
ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣਗੀਆਂ, ਕੀ ਕੁਛ ਬੋਲਿਆ ਜਾਊਗਾ, ਹੈ ਨਾ, ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ। ਮੈਨੂੰ ਸਾਰਾ ਕੁਝ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ। ਅਤੇ ਮੈਨੂੰ 4 ਸਾਲ ਹੋ ਗਏ ਵੀਰੇ ਗਾਉਂਦੇ ਨੂੰ, ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ, ਹੈ ਨਾ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮਿਲ ਰਹੇ ਨੇ ਤੋਂ ਗਦਾਰ ਹੈ ਬਾਈ, ਫਲਾਨਾ ਹੈਗਾ। ਕਿਹੜੀ ਗੱਲ ਤੋਂ ਗਦਾਰ ਹਾਂ ਬਾਈ? ਕਾਂਗਰਸ ਜੁਆਇਨ ਕਰ ਲਈ ਬਾਈ। ਕਾਂਗਰਸ ਤਾਂ 1984 ਉਹਨਾਂ ਦੀ ਕਤਲਾਂ ਦੀ ਜ਼ਿੰਮੇਵਾਰ ਹੈ। ਸਿੱਖ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ? ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕੀ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ, ਅਤੇ ਅੱਗੇ ਵੀ ਕਹੂੰਗਾ। ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ, ਠੀਕ ਹੈ। ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ, ਠੀਕ ਹੈ ਨਾ। ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ, ਠੀਕ ਹੈ। ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ, ਠੀਕ ਹੈ। ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ। ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ, ਕਿ ਉਹਨਾਂ ਨੇ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ? ਅਤੇ ਦੂਜੀ ਗੱਲ, ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ, ਫਲਾਨਾ ਹੋ ਗਿਆ, ਤੂੰ ਭੁੱਲ ਗਿਆ, ਤੂੰ ਗਦਾਰੀ ਕੀਤੀ। ਮੈਂ ਤਾਂ ਪਾਰਟੀ ਕੱਲ੍ਹ ਜੁਆਇਨ ਕੀਤੀ ਹੈ ਵੀਰੇ, 21 ਕੱਲ੍ਹ ਕਿੰਨੀ ਤਰੀਕ ਸੀਗੀ? ਅਤੇ ਮੈਂ ਤਾਂ ਕੱਲ੍ਹ ਪਾਰਟੀ ਜੁਆਇਨ ਕਰੀ ਹੈ ਵੀਰੇ, 2021 ਦੇ ਵਿੱਚ ਆ ਕੇ। 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਅਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ ਹਾਂ? ਇਹ ਗੱਲ ਦੱਸੋ ਮੈਨੂੰ। ਪ੍ਰੋਪੋਗੰਡਾ ਨਾ ਕਰਿਆ ਕਰੋ ਮੇਰਾ ਵੀਰ, ਠੀਕ ਹੈ। ਜੇ ਚੀਜ਼ਾਂ ਤੁਹਾਡੇ 'ਤੇ ਆਉਣ ਲੱਗੀਆਂ, ਠੀਕ ਹੈ, ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਫਲਾਣੇ ਨਾਲ ਗੱਲ ਕਰੀਏ ਯਾਰ, ਉਹਨੂੰ, ਹੈ ਨਾ। ਮੈਨੂੰ ਪਤਾ ਹੈ ਮੇਰੇ ਬਾਰੇ ਤਾਂ ਪੁਆਇੰਟ ਚਾਹੀਦਾ ਹੁੰਦਾ ਸਾਰਿਆਂ ਨੂੰ ਇੱਕ, ਵੀ ਜੇ ਮੈਂ ਕੁਛ ਕਰ ਲਿਆ ਤਾਂ ਵੀ ਇਹਨੇ ਕਿਉਂ ਕਰਿਆ, ਹੈ ਨਾ। ਸੋ ਮੈਂ ਤਾਂ ਛੋਟੇ ਛੋਟੇ ਕੁਐਸਚਨ ਪੁੱਛਣੇ ਨੇ, ਜੇ ਤੁਹਾਨੂੰ ਠੀਕ ਲੱਗੇ, ਹੈ ਨਾ, ਤਾਂ ਮੈਨੂੰ ਉਸ ਚੀਜ਼ਾਂ ਦਾ ਜਵਾਬ ਦਿਓ, ਹੈ ਨਾ। 3 ਵਾਰੀ ਵੋਟਾਂ ਪਾਉਣ ਵਾਲੇ ਕੌਣ ਲੋਕ ਸੀਗੇ? ਉਹ ਕੀ ਉਹ ਗਦਾਰ ਸੀ? ਐਤਕੀ ਵੀ ਸਰਕਾਰ ਸੀ, ਲੋਕਾਂ ਨੇ ਵੋਟਾਂ ਪਾਈਆਂ। ਉਹ ਤਾਂ ਮੈਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ, ਨਾ ਮੈਂ ਵੋਟਾਂ ਪਾਈਆਂ ਸੀ, ਨਾ ਮੇਰੀ 3.5 ਜਣਿਆਂ ਦੀਆਂ ਵੋਟਾਂ ਨਾਲ ਸਰਕਾਰ ਬਣੀ। ਤਾਂ ਉਹ ਕੌਣ ਲੋਕ ਸੀ ਯਾਰ? ਦੋਹਰਾ ਸਟੈਂਡਰਡ ਨਾਲ ਲੈ ਕੇ ਚੱਲਿਆ ਕਰੋ ਮੇਰਾ ਵੀਰ, ਹੈ ਨਾ। ਮੈਨੂੰ ਪਤਾ ਜਿੰਨਾ ਜਿਸ ਦਾ ਨਾਮ ਹੁੰਦਾ ਉਸਨੂੰ ਉਸ ਚੀਜ਼ ਦੀ ਵੈਲਿਊ ਦੇਣੀ ਪੈਂਦੀ ਹੈ, ਠੀਕ ਹੈ ਨਾ। ਮੈਂ ਸਮਝ ਰਿਹਾ ਸਾਰੀਆਂ ਚੀਜ਼ਾਂ ਨੂੰ ਵੀ ਕੀ ਕੁਛ ਚੱਲ ਰਿਹਾ ਹੈ। ਮੈਂ ਕੋਈ ਬੱਚਾ ਨਹੀਂ ਹੈਗਾ ਜਾਨ ਵੀ ਮੈਨੂੰ ਪਤਾ ਨਹੀਂ ਕੁਛ। ਮੈਂ ਸਾਰਾ ਕੁਝ ਸੋਚ ਸਮਝ ਕੇ ਹੀ ਇਹ ਫੈਸਲਾ ਲਿਆ, ਅਤੇ ਉਹ ਮੈਂ ਫੈਸਲਾ ਕਿਉਂ ਲਿਆ ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸੂੰਗਾ। ਹੁਣ ਮੈਨੂੰ ਸਾਰੇ ਕਹਿੰਦੇ ਤੂੰ ਕਾਂਗਰਸ ਜੁਆਇਨ ਕੀਤੀ, ਦੂਜੀਆਂ ਪਾਰਟੀਆਂ ਕਿਉਂ ਨਹੀਂ ਜੁਆਇਨ ਕੀਤੀਆਂ? ਉਹਦਾ ਵੀ ਜਵਾਬ ਦਿੰਦਾ। ਕਾਂਗਰਸ ਜੁਆਇਨ ਕਰੀ, ਜੇ ਮੈਂ ਨਾ ਕਰਦਾ, ਇੱਕ ਪਾਰਟੀ ਹੈਗੀ ਹੈ, ਜੇ ਮੈਂ ਉਹ ਨਾਲ ਜੁਆਇਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲਿਆਂ ਨਾਲ ਰਲੇ ਫਿਰਦੇ ਹੋ। ਬੇਅਦਬੀ ਇਹ ਤਾਂ ਬੇਅਦਬੀ ਕਰੀ ਹੈ ਇਹਨਾਂ ਨੇ, ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਆ। ਇੱਕ ਪਾਰਟੀ ਨੇ ਹੋਰ ਅਪਰੋਚ ਕਰਿਆ ਸੀ ਉਹਨੂੰ, ਉਹਦੇ ਨਾਲ ਜੇ ਰਲਦਾ ਫਿਰ ਤੁਸੀਂ ਕਹਿਣਾ ਸੀ ਕਿਸਾਨਾਂ ਦੇ ਵਿਰੋਧੀ ਹੈ, ਇਹ ਇੰਨੇ ਕਿਸਾਨ ਮਰੇ ਯਾਰ, ਤੂੰ ਇਹਨਾਂ ਨਾਲ ਰਲ ਗਿਆ, ਫਿਰ ਵੀ ਗਦਾਰ। ਇੱਕ ਪਾਰਟੀ ਹੋਰ ਸੀ, ਉਹਨੂੰ ਤੁਸੀਂ RSS ਦੀ B ਟੀਮ ਕਹਿੰਦੇ ਹੋ, ਉਹਦੇ ਨਾਲ ਰਲ ਗਿਆ, ਫਿਰ ਵੀ ਕਹਿਣਾ ਉਹ ਯਾਰ ਤਾਂ ਫਲਾਨਾ। ਆਜ਼ਾਦ ਖੜ ਗਿਆ ਤਾਂ ਫਿਰ ਤੁਸੀਂ ਕਹਿਣਾ ਸੀ ਯਾਰ ਤੂੰ ਆਜ਼ਾਦ ਲੋਕਾਂ ਦੀਆਂ ਵੋਟਾਂ ਲੈ ਕੇ ਕੀ ਕਰੇਂਗਾ, ਤੇਰੇ ਕੋਲ ਕੋਈ ਸਿਸਟਮ ਨਹੀਂ, ਉੱਤੇ ਤੇਰੀ ਗੱਲ ਨਹੀਂ ਮੰਨਣੀ, ਕਿਉਂ ਐਵੇਂ ਲੋਕਾਂ ਦੀਆਂ ਵੋਟਾਂ ਖਰਾਬ ਕੀਤੀਆਂ, ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੇ ਮੇਰਾ ਭਰਾ, ਤੁਸੀਂ ਮੈਨੂੰ ਦੱਸ ਦਿੰਦੇ, ਤੁਸੀਂ ਮੈਨੂੰ ਹੁਣ ਵੀ ਦੱਸ ਦਿਓ ਵੀ ਕਿਹੜਾ ਸਹੀ ਹੈ, ਠੀਕ ਹੈ ਨਾ ਮੇਰਾ ਭਰਾ। ਕੋਈ ਵੀ ਬੰਦਾ ਜੇ ਕੋਈ ਸਟੈਪ ਲੈ ਰਿਹਾ ਹੈ ਉਹ ਕੋਈ ਬੇਵਕੂਫ ਹੋ ਕੇ ਨਹੀਂ ਲੈਂਦਾ ਮੇਰਾ ਵੀਰ, ਠੀਕ ਹੈ। ਕੰਡੀਸ਼ਨਸ ਦੇਖੀਆਂ ਮੈਂ, 3 ਸਾਲ ਹੋ ਗਏ ਇੱਥੇ ਰਹਿ ਰਿਹਾ ਨੂੰ, ਠੀਕ ਹੈ। ਮੈਨੂੰ ਪਹਿਲਾਂ ਕੋਈ ਇੰਟਰਸਟ ਨਹੀਂ ਸੀ ਵੀ ਕੀ ਚੱਲੀ ਜਾਂਦਾ, ਹੁਣ ਤੱਕ ਇੰਟਰਸਟ ਨਹੀਂ ਸੀ, ਠੀਕ ਹੈ। 3 ਸਾਲ ਹੋ ਗਏ ਇੱਥੇ ਰਹਿਣਾ। ਇੱਥੇ ਹਰੇਕ ਤੀਜਾ ਬੰਦਾ, ਜਦੋਂ ਤੁਸੀਂ ਕਿਸੇ ਸਿਸਟਮ 'ਚ ਤਰੱਕੀ ਕਰਕੇ ਜਾਂਦੇ ਹੋ ਨਾ, ਤੁਸੀਂ ਆਪਦੇ ਪਿੰਡੋਂ ਤਰੱਕੀ ਕਰਦੇ ਹੋ, ਤੁਸੀਂ ਕੁਛ ਬਣਦੇ ਹੋ, ਇੱਥੇ ਹਰੇਕ ਇੱਕ ਪੁਲਿਸ ਅਫਸਰ ਵੀ ਇਹ ਚਾਹੁੰਦਾ ਵੀ ਯਾਰ ਇਹਨੂੰ ਸਾਲੇ ਨੂੰ ਜੇਲ੍ਹ 'ਚ ਪਾ, ਇਹ ਮੇਰੇ ਤੋਂ ਸਟੇਜ 'ਤੇ ਵੀ ਪੁੱਛ ਕੇ ਚੜ੍ਹਿਆ ਕਰੇ, ਠੀਕ ਹੈ। 3 ਸਾਲਾਂ ਦੇ ਵਿੱਚ ਮੇਰੇ 'ਤੇ 6 ਪਰਚੇ ਹੋਏ। 6 ਪਰਚਿਆਂ ਦੇ ਵਿੱਚੋਂ ਕੀ ਗੁਨਾਹ ਸੀਗਾ ਕਿਸੇ ਦਾ? ਕੁਛ ਵੀ ਨਹੀਂ ਸੀ, ਘਰੇ ਬੈਠਿਆਂ ਦੇ ਪਰਚੇ। ਸੋ ਇਹ ਲੋਕ, ਜਿੰਨਾ ਪ੍ਰੈਸ਼ਰ ਮੈਂ ਦੇਖਿਆ, ਮੈਨੂੰ ਐਂ ਲੱਗਦਾ ਉਦੋਂ ਜੇ ਮੇਰੇ ਨਾਲ ਇਹੋ ਜਿਹਾ ਕੁਝ ਹੋ ਸਕਦਾ ਤਾਂ ਦੂਜੇ ਲੋਕਾਂ ਨਾਲ ਕਿੰਨਾ ਕੁਝ ਹੁੰਦਾ ਹੋਣਾ, ਹੈ ਨਾ। ਸੋ ਇਹ ਚੀਜ਼ਾਂ ਨੇ। ਅਤੇ ਤੀਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਤਾਂ ਹੀ ਐਂ ਕਰਕੇ ਗਲਤ ਹੈ, ਫਲਾਨਾ ਧਮਕਾ। ਫਿਰ ਯਾਰ ਮਨਮੋਹਨ ਸਿੰਘ ਵੀ ਤਾਂ ਐਸੇ ਪਾਰਟੀ ਨੇ ਦਿੱਤਾ ਸੀ, ਉਹ ਚੀਜ਼ ਤਾਂ ਤੁਸੀਂ ਕਰੇ। ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ, ਮੈਂ ਮੁੱਕਦੀ ਗੱਲ ਇਹ ਹੈ ਵੀ ਯਾਰ
ਤੁਸੀਂ ਕਿਸੇ ਨੂੰ ਦੱਲਾ, ਕਿਸੇ ਨੂੰ ਗੱਦਾਰ, ਕਿਸੇ ਨੂੰ ਠਾਠਾ ਠਾਠਾ ਕਹਿਣਾ ਬਹੁਤ ਸੌਖਾ ਹੁੰਦਾ। ਅੱਜ ਕੱਲ੍ਹ ਪਤਾ ਕੀ ਟ੍ਰੈਂਡ ਚੱਲਿਆ ਹੋਇਆ ਵੀ ਸੋਸ਼ਲ ਮੀਡੀਆ 'ਤੇ ਸਾਰਾ ਪ੍ਰਚਾਰ ਵੀ ਇੱਦਾਂ, ਸਮਾਜ ਇੱਦਾਂ ਹੋਣਾ ਚਾਹੀਦਾ, ਸਮਾਜ ਸਰਕਾਰਾਂ ਤਾਂ ਘਟੀਆ ਨੇ ਜੀ, ਫਲਾਨੇ ਘਟੀਆ ਨੇ, ਇਹ ਫੁੱਦੂ ਨੇ ਜੀ, ਫਲਾਨੇ ਨੇ, ਧਮਕੇ ਨੇ। ਤੇ ਫਿਰ ਇਹਨਾਂ ਨੂੰ ਸਹੀ ਕੌਣ ਕਰੂਗਾ ਬਈ? ਕਿ ਸੋਸ਼ਲ ਮੀਡੀਆ 'ਤੇ ਗਾਲ ਕੱਢ ਕੇ, ਸੋਸ਼ਲ ਮੀਡੀਆ 'ਤੇ ਐਂ ਕਹਿ ਕੇ ਵੀ ਇਹ ਤਾਂ ਘਟੀਆ, ਇੱਥੇ ਗੱਲ ਮੁੱਕ ਜੂ ਕਿ ਇੱਥੋਂ ਸੁਧਾਰ ਹੋ ਗਿਆ ਸਾਰਾ ਕੁਝ। ਜੇ ਕੁਛ ਬਦਲਣਾ ਮਿੱਤਰਾ ਤਾਂ ਦਲਦਲ 'ਚ ਪੈਣਾ ਪੈਂਦਾ, ਠੀਕ ਹੈ ਨਾ। ਤੇ ਮੈਂ ਕੋਈ ਇਹ ਨਹੀਂ ਕੀਤਾ ਵੀ ਜਦੋਂ ਮੇਰਾ ਸਿੰਗਿੰਗ ਕਰੀਅਰ ਮੁੱਕ ਗਿਆ ਦੂਜੇ ਕਲਾਕਾਰਾਂ ਵਾਂਗੂ ਮੈਂ ਜਾ ਕੇ ਪਾਰਟੀ 'ਚ ਰਲ ਗਿਆ ਵੀ ਚੱਲ ਹੁਣ ਇੱਧਰੋਂ ਸਹੀ ਕਰਾਂ। ਜਮਾਂ ਪੀਕ 'ਤੇ ਬੈਠਾ ਇਸ ਵਕਤ। ਅੱਜ ਵੀ ਸ਼ੋਅ ਹੈ ਨੋਇਡਾ ਦੇ ਵਿੱਚ, ਮੇਰਾ ਸੋਲਡ ਆਊਟ ਹੈ, ਠੀਕ ਹੈ ਨਾ। ਤੇ ਮੈਂ ਇਹ ਪੰਗਾ ਕਿਉਂ ਲਿਆ? ਕਿਉਂਕਿ ਮੇਰੇ ਮਨ ਦੇ ਵਿੱਚ ਕੁਝ ਨਾ ਕੁਝ ਸੀਗਾ, ਠੀਕ ਹੈ। ਮੇਰੇ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਹੋਈਆਂ ਸੀ ਮੈਂ ਉਹ ਕਰਨੀਆਂ ਨੇ, ਠੀਕ ਹੈ ਨਾ। ਮੈਂ ਵੀ ਕਹਿ ਸਕਦਾ ਸੀ ਗਾਣਿਆਂ 'ਚ, ਮੈਂ ਵੀ ਕਹਤਾ ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ, ਲੀਡਰ ਹੱਕਦਾਰ ਗੋਲੀ ਦੇ ਕਹਿ ਕੇ ਗੱਲ ਨਿਬੜ ਗਈ। ਇਹਨੂੰ ਸਹੀ ਕੌਣ ਕਰੂਗਾ? ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਆਓ, ਚੰਗੇ ਬੰਦਿਆਂ ਦੀ ਲੋੜ ਆ। ਜੇ ਤੁਸੀਂ ਇੱਥੇ ਗਾਲਾਂ ਕੱਢ ਕੇ, ਸੋਸ਼ਲ ਮੀਡੀਆ 'ਤੇ ਗਾਲ ਕੱਢ ਕੇ ਫਲਾਨਾ ਦੱਲਾ ਜੀ, ਫਲਾਨਾ ਗਦਾਰ ਹੈ ਜੀ, ਇਹ ਵਿਕ ਗਿਆ ਜੀ, ਆਹ ਸੀਐਮ ਤਾਂ ਘਟੀਆ ਜੀ, ਆਹ ਸਰਕਾਰ ਤਾਂ ਬਹੁਤ ਘਟੀਆ ਜੀ, ਐਂ ਕਹਿ ਕੇ ਜੇ ਸੁਧਾਰ ਹੋਊਗਾ ਕਦੋਂ ਦੀ ਕਹੀ ਜਾਂਦੇ ਹੋ? ਹੋਇਆ ਨਹੀਂ ਹੋਇਆ ਨਾ। ਸੋ ਯਾਰ ਜੇ ਤੁਹਾਨੂੰ ਇੰਨਾ ਕੁਛ ਕਰਕੇ ਨਹੀਂ ਕੁਛ ਹੋ ਰਿਹਾ ਤਾਂ ਉਹ ਕਿਵੇਂ ਹੋਊਗਾ, ਠੀਕ ਹੈ। ਜੇ ਤਲਾਬ ਸਾਫ਼ ਕਰਨਾ ਤਾਂ ਤਲਾਬ ਦੇ ਵਿੱਚ ਉਤਰਨਾ ਪੈਣਾ। ਜੇ ਕੋਈ ਉਤਰਦਾ ਤਾਂ ਉਹਨੂੰ ਤੁਸੀਂ ਸਰਟੀਫਿਕੇਟ ਬਣਨ ਲੱਗ ਜਾਂਦੇ ਹੋ। ਮੈਨੂੰ ਕੋਈ ਪਰਵਾਹ ਨਹੀਂ ਬਾਈ, ਕੋਈ ਇਸ਼ੂ ਨਹੀਂ। ਮੈਂ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਹੀ ਦੇਖੀ ਹੈ ਤੇ ਮੈਂ ਇਸੇ 'ਚ ਹੀ ਬਣਿਆ ਹੋਇਆ, ਠੀਕ ਹੈ ਨਾ। ਮੈਨੂੰ ਪਤਾ ਵੀ ਮੈਂ ਆਪਦੇ ਦਿਲੋਂ ਕੋਈ ਮਾੜੀ ਚੀਜ਼ ਸੋਚ ਕੇ ਨਹੀਂ ਗਿਆ, ਠੀਕ ਹੈ। ਮਾੜੇ ਕੋਈ ਆਨਸਰ ਨਹੀਂ ਸੀ ਦਿਮਾਗ ਦੇ ਵਿੱਚ ਮੇਰੇ, ਕੋਈ ਮਾੜੀ ਇੰਟੈਂਸ਼ਨ ਨਹੀਂ ਸੀ ਤੇ ਮੈਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਜਾਣ। ਜਿੰਨਾ ਚਿਰ ਮੈਨੂੰ ਪਤਾ, ਮੇਰੇ ਪਰਮਾਤਮਾ ਨੂੰ ਪਤਾ ਮੈਂ ਠੀਕ ਹਾਂ ਯਾਰ, ਜੋ ਮੈਂ ਕੀਤਾ ਕਿਹੜੀ ਵਜ੍ਹਾ, ਮੈਂ ਕਿਉਂ ਕੀਤਾ, ਠੀਕ ਹੈ, ਉਹ ਮੈਨੂੰ ਪਤਾ। ਕੋਈ ਤੀਜਾ ਬੰਦਾ ਕਹਿ ਰਿਹਾ, ਮੈਨੂੰ ਸਿਰਫ ਆਪਣੇ ਪਰਿਵਾਰ ਨਾਲ ਫਰਕ ਪੈਂਦਾ, ਜਿਹੜੇ ਮੈਨੂੰ ਸੁਣਦੇ ਨੇ, ਜਿਹੜੇ ਮੇਰੇ ਨਾਲ ਰਹਿੰਦੇ ਨੇ, ਜਿਨ੍ਹਾਂ ਨੇ ਮੈਨੂੰ ਪਿਆਰ ਕਰਕੇ ਇਸ ਤੱਕ ਪਹੁੰਚਾਇਆ, ਤੇ ਉਹਨਾਂ ਨੂੰ ਮੇਰਾ ਕਲੀਅਰ ਕਰਨਾ ਬਣਦਾ ਵੀ ਮੇਰੇ ਵੀਰ ਆਹ ਚੀਜ਼ ਹੈ, ਆਹ ਚੀਜ਼। ਬਾਕੀ ਇੱਥੇ ਸਰਟੀਫਿਕੇਟ ਮੈਂ ਪਹਿਲਾਂ ਹੀ ਕਹਿੰਦਾ ਸੀਗਾ ਵੀ 295 ਗਾਣੇ 'ਚ ਵੀ ਮੈਂ ਤੁਹਾਨੂੰ ਠੋਕ ਕੇ ਕਿਹਾ ਸੀ ਵੀ ਕੌਣ ਕੁੱਤਾ ਕੌਣ ਦੱਲਾ ਕੰਜਰਿਆ ਕਹਿਣ ਇੱਥੇ ਸਰਟੀਫਿਕੇਟ ਦੇਣ ਫੇਸਬੁੱਕਾਂ 'ਤੇ। ਸਰਟੀਫਿਕੇਟ ਤਾਂ ਮੈਨੂੰ ਮਿਲਦੇ ਨੇ ਤੇ ਨਾ ਮੈਨੂੰ ਸਰਟੀਫਿਕੇਟਾਂ ਦੀ ਪਰਵਾਹ ਹੈ, ਠੀਕ ਹੈ। ਕਿਉਂਕਿ ਮੈਂ ਹਿੰਮਤ ਰੱਖਦਾ ਜੋ ਮੈਂ ਕਿਹਾ ਉਸ ਚੀਜ਼ 'ਤੇ ਸਟੈਂਡ ਕਰਨ ਦੀ। ਅਤੇ ਜਿੱਥੇ ਕੋਈ ਚੀਜ਼ ਗਲਤ ਹੋ ਉਹ ਗਲਤ ਹੈ, ਠੀਕ ਹੈ। ਅਤੇ ਗਲਤ ਦਾ ਖਿਲਾਫਤ ਕਰਨ ਲਈ ਅਸੀਂ ਇੱਥੇ ਹੈਗੇ ਹਾਂ, ਠੀਕ ਹੈ। ਅਤੇ ਆਲਵੇਜ਼ ਜਿਹੜੀ ਚੀਜ਼ ਗਲਤ ਉਹਨੂੰ ਠੋਕ ਕੇ ਗਲਤ ਵੀ ਕਹਾਂਗੇ, ਠੀਕ ਹੈ। ਇਹ ਨਹੀਂ ਹੈਗਾ ਵੀ ਜਾਂ ਕੋਈ ਚੁੱਪ ਕਰ ਜਾਂਗੇ ਜਾਂ ਕੁਛ ਹੋਰ, ਨਾ ਅਜੇ ਤੱਕ ਚੁੱਪ ਕਰੇ ਹਾਂ। ਜੇ ਮੈਂ ਚੁੱਪ ਕਰਨਾ ਹੁੰਦਾ ਤਾਂ ਮੈਂ ਹੁਣ ਵੀ ਇੱਥੇ ਲਾਈਵ ਨਾ ਹੁੰਦਾ, ਮੈਂ ਬਹਿ ਜਾਂਦਾ ਵੀ ਯਾਰ ਕੋਈ ਨਹੀਂ, ਮੈਂ ਤਾਂ ਯਾਰ ਕਰਦੀ ਜੋ ਕੱਢੀ ਜਾਣ ਦੇ ਲੋਕਾਂ ਨੂੰ ਗਾਲਾਂ, ਠੀਕ ਹੈ। ਗਾਲਾਂ ਕੱਢਣਾ ਮੈਨੂੰ ਫਰਕ ਨਹੀਂ ਪੈਂਦਾ, ਪਰ ਕੁਛ ਕੁ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ, ਉਹਨਾਂ ਨਾਲ ਮੈਨੂੰ ਫਰਕ ਪੈਂਦਾ। ਤੀਜੀ ਗੱਲ ਇਹ ਸੀ ਵੀ ਉਹ ਕਿਉਂ ਗਿਆ, ਮੈਂ ਕਿਉਂ ਇਹ ਪੋਲੀਟਿਕਸ ਦੇ ਵਿੱਚ ਕਿਉਂ ਆਇਆ। 3 ਸਾਲ ਹੋ ਗਏ, 4 ਸਾਲ ਹੋ ਗਏ। ਪਹਿਲਾ ਗਾਣਾ ਮੇਰਾ ਇਹੀ ਆਇਆ ਸੀ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਸ਼ੁਰੂ ਤੋਂ, ਪਿੰਡ ਮਾਨਸਾ ਏਰੀਆ, ਗਾਣਿਆਂ 'ਚ ਕਹਿ ਕੇ ਯਾਰ ਕੋਈ ਇੰਪਰੂਵਮੈਂਟ ਨਹੀਂ ਹੁੰਦੀ, ਠੀਕ ਹੈ। ਨਾਮ ਬਹੁਤ ਬਣ ਗਿਆ ਬਾਬੇ ਦੀ ਕਿਰਪਾ ਨਾਲ, ਦੁਨੀਆ ਜਾਣਦੀ ਹੈ। ਪਹਿਲਾਂ ਕਾਲਜ 'ਚ ਜਾਂਦੇ ਹੁੰਦੇ ਸੀ, ਕਿਸੇ ਨੂੰ ਪਤਾ ਤੱਕ ਨਹੀਂ ਸੀ ਹੁੰਦਾ ਵੀ ਮਾਨਸਾ ਕਿੱਥੇ ਹੈ, ਕੁਝ ਨਹੀਂ। ਪਰ ਯਾਰ ਜੇ ਤੁਹਾਡਾ ਨਾਮ ਹੈ, ਸਾਰਾ ਕੁਝ ਤੁਹਾਡੇ ਨਾਮ ਤਾਂ ਸਾਰੀ 100 ਕਲਾਕਾਰ ਹੋਰ ਹੈ ਜਿਨ੍ਹਾਂ ਦੇ ਅੱਜ ਸ਼ੋਅ ਲੱਗਦੇ ਨੇ, ਗਾਣੇ ਚੱਲਦੇ ਨੇ। ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ, ਠੀਕ ਹੈ, ਜੋ ਹੋਊਗਾ ਠੀਕ ਹੈ, ਮੈਂ ਕਰ ਲੂੰਗਾ ਬਸ, ਠੀਕ ਹੈ ਨਾ। ਮੈਂ ਆਪਦੇ 4 ਪੈਸੇ ਇਕੱਠੇ ਕਰਦਾ, ਮੈਂ ਆਪਦੇ ਪਰਿਵਾਰ ਬਾਰੇ ਸੋਚਾਂ, ਮੈਂ ਬਾਕੀ ਸਾਰਾ ਕੁਝ ਜਾਵੇ ਖੂਹ ਖਾਤੇ 'ਚ, ਮੈਂ ਕੀ ਲੈਣਾ, ਠੀਕ ਹੈ। ਮੈਂ ਵੀ ਉਹਨਾਂ ਵਾਂਗੂ ਰਹਿ ਸਕਦਾ ਸੀ। ਮੈਂ ਪਿੰਡ 'ਚ ਕੀ ਰਹਿਣਾ ਯਾਰ, ਮੈਂ ਤਾਂ ਭੈਣ 'ਚ ਉੱਥੇ ਜਾਣਾ, ਠੀਕ ਹੈ। ਮੈਂ ਖੇਤੀ ਕਿਉਂ ਕਰਾਂ, ਮੈਂ ਆਪਦੇ ਲੋਕਾਂ 'ਚ ਕਿਉਂ ਰਹਾਂ। ਇਹ ਉਸਤਾਦ ਕਿਸੇ ਬੰਦੇ 'ਚ ਕੁਆਲਿਟੀਆਂ ਹੁੰਦੀਆਂ ਨੇ ਅਤੇ ਉਹ ਇਸ ਚੀਜ਼ ਨੂੰ ਨਿਭਾਉਣਾ ਜਾਣਦਾ, ਠੀਕ ਹੈ। ਜੇ ਮੈਂ ਉੱਥੇ ਰਹਿ ਰਿਹਾ ਤਾਂ ਮੈਂ ਉੱਥੋਂ ਦੇ ਲੋਕਾਂ ਨਾਲ ਖੜਨਾ ਵੀ ਜਾਣਦਾ, ਠੀਕ ਹੈ ਨਾ। ਸਾਡੇ ਇਲਾਕੇ ਦੇ ਹਾਲਾਤ ਕੈਂਸਰ ਬੈਲਟ ਕਹਿੰਦੇ ਸਾਨੂੰ, ਠੀਕ ਹੈ। 2012 ਦੇ ਵਿੱਚ +2 ਕਰਕੇ ਜਦੋਂ ਪੜ੍ਹਨ ਗਿਆ, ਸਾਡਾ ਕੋਈ ਕਾਲਜ ਨਹੀਂ, ਲੁਧਿਆਣੇ ਪੜ੍ਹਨਾ ਪਿਆ, ਠੀਕ ਹੈ। ਫਿਰ ਬਾਹਰ ਜਾਣਾ ਪਿਆ। ਜੇ ਸਾਰੇ ਉੱਥੇ ਓਪਰਚੁਨਿਟੀ ਆਉਣ, ਇਕੱਲੇ ਗਾਣੇ 'ਚ ਨਾਮ ਲੈਣ ਨਾਲ ਹਲਕਾ ਨਹੀਂ ਉੱਚਾ ਹੁੰਦਾ। ਬਾਕੀ ਮੇਰੇ 'ਤੇ ਤਾਂ ਇਲਜ਼ਾਮ ਸਾਰੇ ਕਿਤੇ ਕਹੀ ਜਾਂਦੇ ਰਹਿੰਦੇ ਨੇ ਵੀ ਤੂੰ ਐਂ ਕਰਤਾ। ਮਿੱਤਰੋ ਗਾਲਾਂ ਕੱਢਣੀ ਕੋਈ ਇਸ਼ੂ ਨਹੀਂ ਹੈਗਾ, ਮੈਨੂੰ ਮਾੜਾ ਚੰਗਾ ਕਹਿਣਾ ਨਾ, ਮੈਨੂੰ ਉਸ ਚੀਜ਼ ਨਾਲ ਮੇਰੀ ਕਿਸਮਤ ਹੈ ਇਹ, ਠੀਕ ਹੈ। ਮੇਰੀ ਕਿਸਮਤ ਦੇ ਵਿੱਚ ਵਡਿਆਈ ਵੀ ਲਿਖੀ ਹੈ, ਮੇਰੀ ਕਿਸਮਤ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਨਾ। ਸੋ ਇਹ ਚੀਜ਼ਾਂ ਮੇਰੇ ਨਾਲ ਵੀ ਹੋ ਸਕਦੀਆਂ ਸੀ, ਹੈ ਨਾ, ਮੇਰੇ ਨਾਲ ਹੋ ਵੀ ਰਹੀਆਂ ਨੇ। ਅਤੇ ਵੀ
ਇਹਨਾਂ ਚੀਜ਼ਾਂ ਦਾ ਮੈਨੂੰ ਕੋਈ ਫਰਕ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਵੀ ਮੈਂ ਸਾਫ਼ ਦਿਲ ਨਾਲ ਤਰੀਕੇ ਨਾਲ ਹੈ ਨਾ ਆਪਣੇ ਉਸ ਹਿਸਾਬ ਕਿਤਾਬ ਨਾਲ ਚੱਲ ਰਿਹਾ ਜਿਹੜਾ ਮੈਨੂੰ ਪਤਾ ਹੈ ਵੀ ਮੈਂ ਕਰਨਾ ਕੀ ਹੈ ਕੀ ਨਹੀਂ ਕਰਨਾ। ਤੇ ਨਾਲੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਸੋਸ਼ਲ ਮੀਡੀਆ ਤੇ ਬੋਲ ਕੇ ਸਾਰਾ ਕੁਝ ਕਰਕੇ ਕੀ ਸੁਧਾਰ ਹੋ ਜੂ ਕਿਸੇ ਚੀਜ਼ ਦਾ? ਨਹੀਂ ਹੁੰਦਾ ਬਾਈ, ਠੀਕ ਹੈ ਨਾ। ਤੇ ਨਾਲੇ ਜਿਹੜੀਆਂ ਤੁਸੀਂ ਪਾਰਟੀਆਂ ਨੇ, ਤੁਸੀਂ ਇਹ ਕਿਉਂ ਜੁਆਇਨ ਕੀਤੀ, ਉਹ ਕਿਉਂ ਜੁਆਇਨ ਕੀਤੀ, ਤੇ ਤੁਸੀਂ ਦੱਸ ਦਿਓ ਦੂਜੀਆਂ ਕਿਹੜੀਆਂ ਨੇ, ਉਹਨਾਂ 'ਚੋਂ ਜੁਆਇਨ ਕਰ ਲੈਂਦੇ, ਮੈਨੂੰ ਦੱਸ ਦਿਓ। ਫਿਰ ਜੇ ਉਹਨਾਂ ਨੂੰ ਜੁਆਇਨ ਕਰ ਲੈਣਾ ਫਿਰ ਤੁਸੀਂ ਉਹਨਾਂ ਨੂੰ ਕਹਿਣਾ ਯਾਰ ਇਹ ਤਾਂ ਮਾੜੀ ਹੈ, ਇਹ ਤਾਂ ਇਹ ਹੈ ਫਲਾਨਾ ਧਮਕਾ, ਹੈ ਨਾ। ਤੇ ਜਦੋਂ ਤੁਸੀਂ ਇੱਥੇ ਰਹਿੰਦੇ ਹੋ ਨਾ ਉਦੋਂ ਤੱਕ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਦੂਰੋਂ, ਹੁਣ ਕਈ ਮੇਰੇ ਭਰਾ ਨੇ ਬਾਹਰੋਂ ਕਹੀ ਜਾਂਦੇ ਨੇ ਵੀ ਯਾਰ ਇਹ ਫੁੱਦੂ ਸਰਕਾਰਾਂ ਨੇ, ਇਹ ਫਲਾਨਾ ਨੇ, ਇਹ ਧਮਕਾ ਨੇ, ਇਹ ਨੇ। ਭਾਈ ਯਾਰ ਫਿਰ ਸੋਸ਼ਲ ਮੀਡੀਆ 'ਤੇ ਬੋਲ ਕੇ ਕੀ ਹੋ ਜੂ? ਜੇ ਸਰਕਾਰਾਂ ਸਿਸਟਮ ਬਦਲਣਾ ਹੈ ਪਹਿਲਾਂ ਬੀ ਦਾ ਪਾਰਟ ਆਫ ਦਾ ਸਿਸਟਮ 'ਚ ਆਓ, ਹਿੰਮਤ ਰੱਖੋ ਬਦਲਣ ਦੀ, ਲੀਗਲੀ ਜਾ ਕੇ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਕਿ ਇੰਟਰਨੈਟ 'ਤੇ ਬੋਲ ਕੇ ਵੀ ਐਂ ਫਲਾਨਾ ਜੀ ਇਹ ਤਾਂ ਧਮਕਿਆ ਜੀ, ਜੇ ਉੱਧਰ ਜਾ ਵੜਿਆ ਤਾਂ ਫਲਾਨਾ ਉੱਧਰ। ਆਪ ਤੁਸੀਂ ਜੋ ਮਰਜ਼ੀ ਕਰੋ, ਹੈ ਨਾ। ਸਮਾਰਟਫੋਨਾਂ ਪਿੱਛੇ ਵੋਟਾਂ ਪਾਓ, ਹੈ ਨਾ, ਹੋਰ ਚੀਜ਼ਾਂ ਪਿੱਛੇ ਵੋਟਾਂ ਪਾਓ, ਦਾਰੂ ਪਿੱਛੇ ਵੋਟਾਂ ਪਾਓ। ਜਦੋਂ ਦੂਜੇ ਨੇ ਪਾ ਲਿਆ ਤਾਂ ਹਾਂ ਬਈ ਉਹ ਸਾਂ ਵੀ ਪੁੱਛ ਕੇ ਲਵੇ। ਐ ਨਹੀਂ ਹੁੰਦਾ ਮੇਰਾ ਵੀਰ, ਠੀਕ ਹੈ। ਜਦੋਂ ਕੋਈ ਬੰਦਾ ਰੇਸ 'ਚ ਚੱਲਦਾ ਨਾ ਵੱਡੀ 'ਚ, ਤਾਂ ਲੋਕ ਉਹ ਤੋਂ ਐਕਸਪੈਕਟ ਕਰਦੇ ਨੇ ਵੀ ਹਾਂ ਯਾਰ ਜੇ ਇਹ ਬੰਦਾ ਇਹਦਾ ਨਾਮ ਹੈ ਤਾਂ ਇਹ ਤੋਂ ਯਾਰ ਕੋਈ ਫਾਇਦਾ ਲਿਆ ਜਾਵੇ, ਕੁਛ ਨਾ ਕੁਛ ਚੰਗਾ ਕੀਤਾ ਜਾਵੇ, ਹੈ ਨਾ। ਵੀ ਇਹਦਾ ਨਾਮ ਲੈ ਕੇ ਖੋਰੇ ਇਹਨੂੰ ਜਾਣਦੇ ਹੋਣਗੇ ਲੋਕ ਯਾਰ ਵੀ ਆਪਾਂ ਇਹ ਤੋਂ ਕੰਮ ਕਰਾ ਲਈਏ, ਠੀਕ ਹੈ। ਤੇ ਬਹੁਤ ਮੇਰੀ ਕੋਈ ਇਕੱਲੇ ਨਹੀਂ ਕੋਈ ਫੇਮ ਦਾ, ਮੇਰੇ ਕੋਲ ਕੋਈ ਪੈਸੇ ਦੀ ਕਮੀ ਨਹੀਂ, ਕੋਈ ਅੱਜ ਫੇਮ ਦੀ ਕਮੀ ਨਹੀਂ। ਅੱਜ ਮੈਂ ਦਾ ਟੌਪ ਆਫ ਮਾਈ ਕਰੀਅਰ, ਠੀਕ ਹੈ ਨਾ। ਮੋਸਟ ਸਟ੍ਰੀਮਡ ਆਰਟਿਸਟ, ਕੱਲ੍ਹ ਵੀ ਦੇਖਿਆ ਤੁਸੀਂ, ਤੁਹਾਡੇ ਪਿਆਰ ਨਾਲ ਇੰਨਾ ਸਾਰਾ ਕੁਝ ਮਿਲਿਆ ਹੋਇਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਠੀਕ ਹੈ। ਜੇ ਫਿਰ ਵੀ ਕੁਝ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਹੈ, ਠੀਕ ਹੈ। ਮੈਨੂੰ ਕੋਈ MLA ਕੌਣ ਹੋਣਾ, MLA ਨਾਲ 2-3 ਰੁਤਬਾ, MLA ਸਿਰਫ ਇੱਕ ਹਲਕੇ ਦਾ ਹੁੰਦਾ, ਠੀਕ ਹੈ। ਅਤੇ ਮੈਂ ਸਾਰੀ ਦੁਨੀਆ ਇੰਨਾ ਪਿਆਰ ਕਰਦੇ, ਜਿੱਥੇ ਜਾਂਦੇ ਹਾਂ ਹੈ ਨਾ ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ, ਹੈ ਨਾ, ਇੰਨਾ ਮਾਣ ਸਤਿਕਾਰ ਦਿੰਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਮੇਰਾ ਵੀਰ, ਨੈਗੇਟਿਵਿਟੀ ਕਰਨੀ ਹੈ ਜੀ ਸਦਕੇ ਕਰੋ। ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਜੇ ਤੁਸੀਂ ਇਹੀ ਚੀਜ਼ ਦਾ ਮਾਹੌਲ ਬਣਾਈ ਰੱਖਿਆ ਨਾ ਵੀ ਫਲਾਨਾ ਆ ਗਿਆ ਯਾਰ ਫਲਾਨੇ ਨੂੰ ਫੜ ਲਓ, ਫਲਾਨਾ ਆ ਗਿਆ ਫਲਾਨੇ ਨੂੰ ਫੜ ਲਓ, ਕਿਸੇ ਬੰਦੇ ਨੇ ਹਿੰਮਤ ਨਹੀਂ ਕਰਨੀ ਇਸ ਚੀਜ਼ ਦੇ ਵਿੱਚ ਆਉਣ ਦੀ, ਠੀਕ ਹੈ। ਜੇ ਮੈਂ ਅੱਜ ਜੁਆਇਨ ਕਰਿਆ ਤਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਆਓ ਯਾਰ, ਕੋਈ ਵੀ ਪਾਰਟੀ ਜੁਆਇਨ ਕਰੋ, ਆਓ, ਚੰਗੇ ਬੰਦੇ ਆਓ ਤਾਂ ਸਹੀ। ਇਕੱਲੇ ਮਾੜਿਆਂ ਨੂੰ ਨਿੰਦ ਕੇ ਚੰਗਾ ਥੋੜ੍ਹੀ ਬਣਿਆ ਜਾਂਦਾ, ਮਾੜਿਆਂ ਨਾਲ ਖਹਿ ਕੇ ਉਹਨਾਂ ਨੂੰ ਸਿਸਟਮ 'ਚੋਂ ਰਿਮੂਵ ਕਰਕੇ ਫਿਰ ਚੰਗਾ ਬਣਾਇਆ ਜਾਂਦਾ, ਠੀਕ ਹੈ ਨਾ। ਆਪਾਂ ਇੱਥੇ ਜਾ ਕੇ ਈਜ਼ੀਲੀ ਕਹਿ ਜਾਂਦੇ ਹਾਂ, ਬਾਹਰ ਬੈਠੇ ਲੋਕ ਕਹੀ ਜਾਂਦੇ ਨੇ ਵੀ ਯਾਰ ਇਹ ਤਾਂ ਜੀ ਫਲਾਨੇ ਨੇ ਤਾਂ ਧਮਕੇ ਨੇ ਤਾਂ ਗਦਾਰ ਨਿਕਲ ਗਏ। ਗਦਾਰ ਸ਼ਬਦ ਦੀ ਵੀਰੇ ਪਰਿਭਾਸ਼ਾ ਸਮਝ ਕੇ ਆਓ ਮੇਰਾ ਵੀਰ। ਅਤੇ ਜੇ ਆਪਾਂ ਗਦਾਰਾਂ ਦੀ ਲਿਸਟ ਫੁੱਲਣ ਲੱਗ ਜਾਈਏ ਤਾਂ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਤੋਂ ਸਹਿ ਨਹੀਂ ਹੋਣਾ, ਦੇਖ ਨਹੀਂ ਹੋਣਾ ਵੀ ਕੌਣ ਗਦਾਰ ਹੈ ਇੱਥੇ, ਠੀਕ ਹੈ ਨਾ। ਜਿਹੜੇ ਲੋਕ ਪੰਥ ਕਹਾਉਂਦੇ ਸੀ ਉਹ ਲੋਕ ਉੱਥੇ ਅੱਤਵਾਦੀ ਕਹਿ ਕੇ ਨਿਕਲੇ ਨੇ, ਠੀਕ ਹੈ ਨਾ। ਕਿੰਨੇ ਸਾਲ ਹੋ ਗਏ ਜਿਹੜੇ ਬੰਦੇ ਨੇ ਇਸ ਚੀਜ਼ 'ਤੇ ਰਾਜਨੀਤੀ ਕੀਤੀ ਹੈ, ਰੋਟੀਆਂ ਖਾਧੀਆਂ ਨੇ, ਸਭ ਤੋਂ ਵੱਡੇ ਗਦਾਰ ਉਹ ਨੇ, ਠੀਕ ਹੈ ਨਾ। ਮੈਂ ਕਿਸੇ ਦੀ ਉਹ ਨਹੀਂ, ਕਿਸੇ ਨੂੰ ਮੈਂ ਖਿਲਾਫ ਨਹੀਂ ਕਹਿ ਰਿਹਾ, ਕਿਸੇ ਦੇ ਮੈਂ ਹੱਕ 'ਚ ਨਹੀਂ ਜਾ ਰਿਹਾ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਪਹਿਲਾਂ ਜਾ ਕੇ ਕਲੀਅਰ ਯੋਰ ਫੈਕਟਸ, ਹਿਸਟਰੀ ਪੜ੍ਹੋ ਜਾ ਕੇ, ਠੀਕ ਹੈ ਨਾ। ਅਤੇ ਦੂਜੀ ਗੱਲ, ਅਸੀਂ ਇਸ ਸਿਸਟਮ ਦੇ ਵਿੱਚ ਕਿਉਂ ਆਏ ਹਾਂ ਕਿ ਇਹ ਦੁਬਾਰੇ ਕਦੇ ਇਹ ਚੀਜ਼ਾਂ ਨਾ ਹੋਣ, ਠੀਕ ਹੈ। ਜੇ ਕੁਛ ਚੰਗੇ ਬੰਦੇ ਹੋਣ ਉਸ ਚੀਜ਼ਾਂ ਨੂੰ ਰੋਕ ਸਕਣ, ਠੀਕ ਹੈ, ਅਤੇ ਉਹ ਚੰਗਿਆਂ ਦੇ ਵਿੱਚੋਂ ਤੁਸੀਂ ਵੀ ਆ ਸਕਦੇ ਹੋ। ਆਓ ਤੁਸੀਂ ਸਿਸਟਮ ਕਲੀਅਰ ਕਰੀਏ, ਸਾਫ਼ ਕਰੀਏ, ਖੜੋ ਵੋਟਾਂ ਦੇ ਵਿੱਚ, ਇਲੈਕਟ ਹੋਵੋ, ਵਿਧਾਨ ਸਭਾ 'ਚ ਜਾਓ, ਵਿਧਾਨ ਸਭਾ 'ਚ ਜਾ ਕੇ ਗੱਲ ਕਰੋ ਵੀ ਭਾਈ ਆਹ ਸਾਡਾ ਮੁੱਦਾ, ਸਾਡਾ ਆਹ ਇਲਾਕਾ ਹੈ, ਕਰੋ ਹੱਲ, ਠੀਕ ਹੈ ਨਾ। ਬੋਤਲ ਲੈ ਕੇ ਵੋਟ ਪਾਉਣ ਨਾਲ ਸਮਾਜ ਨਹੀਂ ਸੁਧਰਦਾ ਵੀਰੇ, ਨਾ ਹੀ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਣ ਨਾਲ ਸੁਧਰਦਾ, ਅਤੇ ਨਾ ਹੀ ਉਹਨਾਂ ਬੰਦਿਆਂ ਨੂੰ ਤੁੰਨ ਕੇ ਸੁਧਰਦਾ ਜਿਹੜੇ ਇਸ ਚੀਜ਼ ਦਾ ਉੱਦਾ ਕਰਦੇ ਨੇ, ਠੀਕ ਹੈ। ਕਲਾਕਾਰ ਯਾਰ ਹੋਰ 20-30 ਨੇ ਜਿਨ੍ਹਾਂ ਦੇ 100 ਮਿਲੀਅਨ ਗਾਣੇ ਜਾਂਦੇ, ਉਹ ਕਿਉਂ ਨਹੀਂ ਆਉਂਦੇ? ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ। ਜੇ ਕੋਈ ਬੰਦਾ ਆਉਂਦਾ ਤਾਂ ਉਹਨੂੰ ਇਸ ਤਰੀਕੇ ਨਾਲ ਨਾ ਦੇਖਿਆ ਕਰੋ ਵੀ ਇਹਨੂੰ ਕੋਈ ਫੇਮ ਦੀ ਲੋੜ ਆ ਜਾਂ ਕੁਛ ਹੋਰ ਲੋੜ ਆ, ਫਲਾਨੇ ਥੱਲੇ ਲੱਗ ਗਿਆ, ਧਮਕੇ ਥੱਲੇ ਲੱਗ ਗਿਆ। ਥੱਲੇ ਮੈਂ ਤਾਂ ਪਰਮਾਤਮਾ ਨੇ ਲੱਗਿਆ ਹੋਇਆ ਮੇਰਾ ਵੀਰ, ਠੀਕ ਹੈ। ਉਸ ਦੇ ਮੇਰੇ 'ਤੇ ਉਸ ਨੇ ਮੈਨੂੰ ਇਹ ਵਿਧੀ ਬਣਾਈ ਹੈ ਵੀ ਮੈਂ ਜਾ ਰਿਹਾ, ਠੀਕ ਹੈ। ਮੈਂ ਆਪਦੇ ਲੋਕਾਂ ਵਾਸਤੇ ਕੁਛ ਨਾ ਕੁਛ ਕਰਨਾ। ਇਕੱਲਾ ਗਾਣਿਆਂ ਦੇ ਵਿੱਚ ਕਹਿ ਕੇ ਵੀ ਸਾਡਾ ਪਿੰਡ ਹੈ, ਸਾਡਾ ਮਾਨਸਾ, ਉਹ ਗੱਲ ਨਹੀਂ ਬਣਦੀ ਮੇਰਾ ਭਰਾ, ਠੀਕ ਹੈ ਨਾ। ਇੱਥੇ ਹਰੇਕ ਬੰਦਾ ਕੋਸ਼ਿਸ਼ ਕਰਦਾ, ਮੈਨੂੰ ਪਰਮਾਤਮਾ ਨੇ ਹਰੇਕ ਕੋਲੇ ਫੇਮ ਆਉਂਦੀ ਹੈ, ਹਰੇਕ ਨੇ ਫੇਮ ਆਪਦੇ ਟੱਬਰ ਵਾਸਤੇ ਵਰਤੀ, ਆਪਦੇ ਪਰਿਵਾਰ ਵਾਸਤੇ ਵਰਤੀ। ਜੇ ਮੈਂ ਆਪਣੀ ਕਮਾਈ 'ਚੋਂ ਕੁਛ ਹਿੱਸਾ ਉੱਧਰ ਵਰਤਣਾ ਚਾਹੁੰਦਾ ਤਾਂ ਮੈਨੂੰ ਵਰਤ ਲੈਣ ਦਿਓ। ਬਾਕੀ ਜੇ ਕੋਈ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਹੋਇਆ ਐਨੀ ਟਾਈਮ ਐਨੀਵੇਅਰ, ਜਿੱਥੇ ਮਰਜ਼ੀ ਖੜਾ ਕੇ ਪੁੱਛ ਲਓ। ਹਾਂ, ਕੱਲ੍ਹ ਨੂੰ
ਸਰਕਾਰ ਬਣਦੀ ਹੈ, ਮੈਂ ਬਣ ਕੇ ਮਤਲਬ ਕੁਝ ਨਾ ਕਰਿਆ ਫਿਰ ਥੋੜ੍ਹੀਆਂ ਗਾਲਾਂ ਸਿਰ ਮੱਥੇ ਬਾਈ, ਹੈ ਨਾ। ਠੀਕ ਹੈ ਵੀ ਬਾਕੀ ਗੱਲਾਂ ਦਾ ਜਵਾਬ ਤਾਂ ਮੈਂ ਬਹਿਸ ਤਾਂ ਮੈਂ ਸਕਦਾ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਵੀ, ਜਾਂ ਬਹਿਸ ਸਹੀ ਜਾਂਦਾ। ਮੈਂ ਕਹਿੰਦਾ ਵੀ ਤੁਹਾਨੂੰ ਕੁਝ ਲੱਗਦਾ ਵੀ ਹੈ ਜਾਂ ਕੁਝ ਇੱਦਾਂ ਦਾ, ਆਓ ਬੈਠੋ ਮੇਰੇ ਨਾਲ ਗੱਲ ਕਰੋ, ਹੈ ਨਾ। ਸੋ ਮੇਰਾ ਵੀਰ ਇੱਥੇ ਸਾਰੇ ਬੰਦੇ ਚੰਗਾ ਚਾਹੁੰਦੇ ਨੇ, ਸੁਧਾਰ ਚਾਹੁੰਦੇ ਨੇ, ਠੀਕ ਹੈ ਨਾ। ਕੋਈ ਬੰਦਾ ਜੇ ਕੋਈ ਚੰਗੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਯਾਰ, ਹੁਣ ਤੁਸੀਂ ਇਹ ਨਾ ਕਰਿਆ ਕਰੋ ਵੀ ਹਾਂ ਯਾਰ ਇਹ ਤਾਂ ਫਲਾਨਾ ਹੋ ਗਿਆ, ਧਮਕਾ ਹੋ ਗਿਆ, ਤਾਂ ਗਦਾਰ ਹੋ ਗਿਆ, ਠੀਕ ਹੈ ਨਾ। ਮੈਂ ਉਹੀ ਤੁਹਾਨੂੰ ਕੁਐਸਚਨ ਇਹ ਇਸੇ ਕਰਕੇ ਪੁੱਛਿਆ ਵੀ 3 ਸਾਲ ਤੁਸੀਂ ਸਰਕਾਰ ਬਣਾਈ, ਤੁਹਾਡਾ ਤੁਸੀਂ ਦੱਸੋ ਗਦਾਰ ਹੈਗੇ ਹੋ ਕਿ ਨਹੀਂ ਹੈਗੇ। ਮੈਂ ਤਾਂ ਕੱਲ੍ਹ ਜੁਆਇਨ ਕੀਤੇ, ਚਲੋ ਮੈਂ ਤਾਂ ਗਦਾਰ ਹਾਂ, ਠੀਕ ਹੈ। ਇਹ ਹੱਲ ਨਹੀਂ ਹੈਗਾ ਇਸ ਚੀਜ਼ ਦਾ। ਘੱਟੋ ਘੱਟ ਜੇ ਤੁਸੀਂ ਕੁਛ ਆਪ ਨਹੀਂ ਕਰਨਾ ਤਾਂ ਕਿਸੇ ਬਾਰੇ ਕੁਛ ਜੋ ਕਰ ਰਿਹਾ ਉਹਨੂੰ ਕਰ ਲੈਣ ਦਿਓ, ਉਹਨੂੰ ਨਾ ਰੋਕੋ। ਨਹੀਂ ਤਾਂ ਕਿਸੇ ਨੇ ਹਿੰਮਤ ਹੀ ਨਹੀਂ ਕਰਨੀ ਇੱਧਰ ਆਉਣ ਦੀ। ਅਗਲਾ ਕਹਿੰਦਾ ਯਾਰ ਮੇਰੇ 4 ਪੈਸੇ ਬਣਦੇ ਆ, ਇਕੱਠੇ ਕਰਕੇ ਸ਼ੋਅ ਲਾਉਣਾ, ਪੈਸੇ ਫੜ ਕੇ ਆਪਦੇ ਘਰੇ ਜਾਵਾਂ, ਆਪਦੀ ਜ਼ਿੰਦਗੀ ਦੇ ਨਜ਼ਾਰੇ ਲਵਾਂ, ਮੈਂ ਕੀ ਲੈਣਾ ਇਹਨਾਂ ਤੋਂ, ਠੀਕ ਹੈ। ਆਪਦੇ ਕੰਮਾਂ ਜੋਗੇ ਪਹਿਲਾਂ ਵੀ ਸੀਗੇ, ਕਰਵਾ ਲੈਂਦੇ ਸੀ, ਠੀਕ ਹੈ। ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੈ ਨਾ ਪੋਜ਼ਿਟਿਵ ਰੱਖਿਆ ਕਰੋ ਸਾਰਾ ਕੁਛ। ਬਾਕੀ ਕੋਈ ਦੂਜੀ ਗੱਲ, ਮੈਂ ਜਿਹੜਾ ਲਾਈਵ ਹੋਇਆ ਮੈਂ ਕਿਸੇ ਨੂੰ ਕੁਛ ਇਹ ਕਹਿਣ ਦੀ ਕੋਈ ਯਾਨੀ ਕਿ ਮੈਂ ਉਹਦੇ ਪੋਜ਼ਿਟਿਵਿਟੀ ਕਰਨ ਦੀ ਜਾਂ ਕੁਛ ਹੋਰ ਜਾਂ ਸਫਾਈ ਦੇਣ ਵਾਸਤੇ ਨਹੀਂ ਹੋਇਆ। ਮੇਰਾ ਇੱਕ ਪਰਿਵਾਰ ਹੈ, ਮੈਂ ਸਿਰਫ ਉਹਨਾਂ ਨਾਲ ਗੱਲ ਕਰਨ ਵਾਸਤੇ ਲਾਈਵ ਹੋਇਆ, ਨਾ ਮੇਰੇ ਇਸ ਲਈ ਕੋਈ ਵੱਡਾ ਰੀਜ਼ਨ ਹੈ ਵੀ ਜਾਂ ਮੈਂ ਕੋਈ ਮੈਨੂੰ ਕੋਈ ਉਹ ਚਾਹੀਦਾ ਵੀ ਜਾਂ ਮੈਨੂੰ ਕੋਈ ਤੁਸੀਂ ਇਹ ਕਹਿ ਦੋਗੇ ਵੀ ਗਦਾਰ ਕਹਿ ਦੋਗੇ, ਗਦਾਰ ਜਾਂ ਨਾ ਜਾਂ ਕੁਛ ਮਾੜਾ ਕਹਿ ਦੋਗੇ। ਮੈਨੂੰ ਮੇਰੇ ਪਰਮਾਤਮਾ ਨੂੰ ਪਤਾ ਹੈ, ਮੇਰੇ ਲੋਕਾਂ ਨੂੰ ਪਤਾ ਹੈ। ਮੇਰੇ ਪਿੰਡਾਂ 'ਚ ਜਾ ਕੇ ਪੁੱਛੋ ਲੋਕਾਂ ਨੂੰ ਵੀ ਉਹ ਕਿੰਨੇ ਖੁਸ਼ ਨੇ, ਠੀਕ ਹੈ ਭਰਾ। ਅਸੀਂ ਆਪਦੇ ਲੋਕਾਂ ਨੂੰ ਜਿੱਥੋਂ ਉੱਠੇ, ਜਿੱਥੋਂ ਰੋਟੀ ਖਾਧੀ, ਜਿੱਥੋਂ ਪਲੇ ਵੱਡੇ ਹੋਏ ਆ, ਅਸੀਂ ਉਹ ਆਪਦੇ ਉੱਪਰ ਚੱਕਣੇ ਨੇ, ਠੀਕ ਹੈ ਨਾ। ਇੱਥੇ ਗੱਲਾਂ ਕਰਕੇ ਸੋਸ਼ਲ ਮੀਡੀਆ 'ਤੇ ਮੈਂ ਕਹਿ ਰਿਹਾ ਉਹ ਫਲਾਨਿਆਂ ਤੋਂ ਉਹ ਹੈ ਤੇ ਮੈਂ ਕਹਿ ਸਕਦਾ, ਠੀਕ ਹੈ। ਪਰ ਜਿੰਨੀਆਂ ਚੀਜ਼ਾਂ ਹੋਈਆਂ ਨੇ ਜ਼ਿੰਦਗੀ 'ਚ ਕਰਕੇ ਦਿਖਾਇਆ, ਠੀਕ ਹੈ। ਫਲੋਪ ਹੋ ਕੇ ਵੀ ਜਾ ਸਕਦਾ ਸੀ, ਫਲੋਪ ਹੋ ਕੇ ਵੀ ਹੁਣ ਇੱਧਰੋਂ ਗਾਣੇ ਚਲੋ ਹਟ ਕੇ ਚਲੋ ਹੁਣ ਇੱਧਰੋਂ ਪਲਟੀ ਮਾਰ ਲਈਏ, ਪਲਟੀ ਮਾਰਨ ਵਾਲਿਆਂ 'ਚੋਂ ਨਹੀਂ ਹੈਗੇ ਉਸਤਾਦ। ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਉਹ ਪਹਿਲਾਂ ਵੀ ਗਲਤ ਕਿਹਾ, ਠੋਕ ਕੇ ਗਿਆ, ਅਤੇ ਅੱਗੇ ਵੀ ਗਲਤ ਕਹਿੰਦੇ ਰਹਾਂਗੇ ਵੀ ਯਾਰ ਠੋਕ ਕੇ ਗਲਤ ਹੈ, ਚਾਹੇ ਜੋ ਮਰਜ਼ੀ ਹੋਵੇ, ਠੀਕ ਹੈ ਨਾ। ਬਾਕੀ ਮੈਂ ਇਹੀ ਚੀਜ਼ ਆ ਭਰਾ, ਕੋਸ਼ਿਸ਼ ਕਰੂੰਗਾ ਕੁਛ ਨਾ ਕੁਛ ਚੰਗਾ ਕਰਨ ਦੀ। ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰਾ ਵੀ, ਤੁਹਾਡੀਆਂ ਜੋ ਵੀ ਹੈ ਸਿਰ ਮੱਥੇ ਹੈ। ਹਾਂ, ਸਤਿ ਸ਼੍ਰੀ ਅਕਾਲ।